ਲੋਕਾਂ ਦੀ ਰੋਜੀ ਰੋਟੀ ਲਈ ਚੱਲਦੇ ਉਹਨਾਂ ਦੇ ਛੋਟੇ-ਮੋਟੇ ਕਾਰੋਬਾਰ, ਸਕੂਲ ਕਾਲਜ ਅਤੇ ਨਵੀਂ ਪੀੜ੍ਹੀ ਨੂੰ ਆਰਥਿਕ ਤੌਰ ਤੇ ਪੈਰਾਂ ਸਿਰ ਕਰਨ ਦੇ ਨਾਂ 'ਤੇ ਕਿਸੇ ਭਲੇ ਵੇਲੇ ਸ਼ੁਰੂ ਕੀਤੇ ਗਏ ਸਮਾਜ ਦੇ ਵੱਖੋ-ਵੱਖਰੇ ਖੇਤਰਾਂ ਦੇ ਸਿਖਲਾਈ ਕੇਂਦਰ ਆਦਿ ਕਰੋਨਾ ਦੇ ਨਾਂ 'ਤੇ ਵਾਰ-ਵਾਰ ਬੰਦ ਕੀਤੇ ਜਾ ਰਹੇ ਹਨ। 1947 ਵਿੱਚ ਜਦ ਅੰਗਰੇਜ਼ ਭਾਰਤ ਵਿੱਚੋਂ ਗਏ ਸਨ ਤਦ ਉਹ ਜਾਂਦੇ ਹੋਏ ਦੇਸ਼ ਦੀ ਰਾਜ ਸੱਤਾ ਦੀ ਬਾਗਡੋਰ ਭਾਰਤੀ ਸਰਮਾਏਦਾਰ ਜਮਾਤ ਦੇ ਹੱਥ ਸੌਂਪ ਗਏ ਸਨ। ਉਸ ਵਕਤ ਭਾਰਤੀ ਸਰਮਾਏਦਾਰ ਜਮਾਤ ਦੇ ਸਾਹਮਣੇ 3-4 ਗੰਭੀਰ ਸਵਾਲ ਸਨ, ਜਿਨ੍ਹਾਂ ਵਿੱਚੋਂ ਇੱਕ ਸਵਾਲ ਇਹ ਸੀ ਕਿ ਦੇਸ਼ ਦੇ ਅਰਥਚਾਰੇ ਨੂੰ ਕਿਵੇਂ ਪੈਰਾਂ ਸਿਰ ਖੜਾ ਕੀਤਾ ਜਾਵੇ ਅਤੇ ਵਿਕਾਸ ਦੇ ਰਾਹ ਤੋਰਿਆ ਜਾਵੇ। ਇਸ ਦੇ ਲਈ ਭਾਰਤੀ ਸਰਮਾਏਦਾਰ ਜਮਾਤ ਨੂੰ ਖੇਤੀ ਅਤੇ ਇੰਜੀਨੀਅਰਿੰਗ ਆਦਿ ਦੇ ਖੇਤਰ ਵਿੱਚ ਵਿਕਾਸ ਲਈ ਸਿੱਖਿਅਤ ਅਤੇ ਤਜਰਬੇਕਾਰ ਲੋਕਾਂ ਦੀ ਲੋੜ ਸੀ। ਸਿੱਧੇ ਸਪਸ਼ਟ ਸ਼ਬਦਾਂ ਵਿੱਚ ਆਖੀਏ ਕਿ ਲੁਟੇਰੀ ਜਮਾਤ ਨੂੰ ਆਪਣੇ ਸੇਵਾਦਾਰਾਂ ਦੀ ਲੋੜ ਸੀ ਅਤੇ ਆਪਣੇ ਅਜਿਹੇ ਸੇਵਾਦਾਰ ਲੋਕਾਂ ਨੂੰ ਪੈਦਾ ਕਰਨ ਲਈ ਭਾਰਤੀ ਬੁਰਜੂਆਜੀ ਨੇ ਵੱਧ ਤੋਂ ਵੱਧ ਸਕੂਲ ਕਾਲਜ ਅਜਿਹੇ ਖੋਲ੍ਹੇ ਜਿਨ੍ਹਾਂ ਵਿੱਚ ਬਿਨਾਂ ਕਿਸੇ ਧਰਮ ਜਾਤ ਦੇ ਵਿਤਕਰੇ ਤੋਂ ਵਿਦਿਆਰਥੀ ਪੜ੍ਹ ਸਕਦੇ ਸਨ। ਉਸ ਸਮੇਂ ਭਾਰਤੀ ਸਰਮਾਏਦਾਰ ਜਮਾਤ ਦੁਆਰਾ ਆਪਣੀ ਸੇਵਾ ਲਈ ਪੈਦਾ ਕੀਤੇ ਗਏ ਸਿੱਖਿਅਤ ਅਤੇ ਹੁਨਰਮੰਦ ਲੋਕ ਜੇਕਰ ਅੱਜ ਤੱਕ ਮਰੇ ਨਾ ਹੁੰਦੇ ਜਾਂ ਬੁੱਢੇ ਨਾ ਹੋਏ ਹੁੰਦੇ ਤਦ ਸਾਡੇ ਸਮੇਂ ਦੀਆਂ ਇਹਨਾਂ ਸਰਕਾਰਾਂ ਨੂੰ ਸਕੂਲ ਕਾਲਜਾਂ ਦੀ ਕੋਈ ਲੋੜ ਹੀ ਨਾ ਹੁੰਦੀ, ਸਗੋਂ ਲੋਕਾਂ ਲਈ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਹੁਣ ਤੱਕ ਬੰਦ ਹੋ ਚੁੱਕੀਆਂ ਹੁੰਦੀਆਂ ਜਾਂ ਦੇਸ਼ ਭਰ ਵਿੱਚ ਮੁਸ਼ਕਲ ਹੀ ਲੱਭਦੀਆਂ। ਸੋ ਸਾਡੇ ਸਮੇਂ ਦੀ ਰਾਜਸੀ ਜਮਾਤ ਜੋ ਵੀ ਨੀਤੀਆਂ ਲੈ ਕੇ ਆਉਂਦੀ ਹੈ ਉਸ ਵਿੱਚ ਲੋਕਾਂ ਦੇ ਨਹੀਂ ਸਗੋਂ ਕੇਵਲ ਪੂੰਜੀਪਤੀ ਜਮਾਤ ਦੇ ਹੀ ਹਿੱਤ ਹੁੰਦੇ ਹਨ। ਕੁਝ ਨਿੱਜਵਾਦੀ ਮਾਨਸਿਕਤਾ ਵਾਲੇ ਲੋਕ ਇਸ ਸਰਮਾਏਦਾਰੀ ਦੌਰ ਨੂੰ ਦਰੁਸਤ ਵਧੀਆ ਠਹਿਰਾਉਣ ਲਈ ਵਿਕਸਿਤ ਦੇਸ਼ਾਂ ਦੀਆਂ ਉਦਾਹਰਨਾਂ ਦੇਣ ਲੱਗਦੇ ਹਨ ਕਿ ਦੇਖੋ ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਵਿੱਚ ਲੋਕ ਕਿੰਨੇ ਖੁਸ਼ਹਾਲ ਹਨ। ਅਜਿਹੀਆਂ ਉਦਾਹਰਨਾਂ ਦੇਣ ਵਾਲੇ ਲੋਕ ਇਹ ਨਹੀਂ ਜਾਣਦੇ ਅਤੇ ਨਾ ਹੀ ਜਾਣਨਾ ਚਾਹੁੰਦੇ ਹੁੰਦੇ ਹਨ ਕਿ ਵਿਕਸਿਤ ਦੇਸ਼ਾਂ ਦੀ ਖੁਸ਼ਹਾਲੀ ਉਹਨਾਂ ਦੇਸ਼ਾਂ ਦੀ ਬਰਬਾਦੀ ਉੱਤੇ ਹੀ ਟਿਕੀ ਹੁੰਦੀ ਹੈ ਜਿਹੜੇ ਦੇਸ਼ਾਂ ਦੀ ਉਹ ਵਿਕਸਿਤ ਦੇਸ਼ ਲੁੱਟ ਕਰ ਰਹੇ ਹੁੰਦੇ ਹਨ। ਲੁੱਟਣ ਵਾਲੇ ਦੇਸ਼ਾਂ ਦੇ ਲਗਾਤਾਰ ਹੋ ਰਹੇ ਵਿਕਾਸ ਦੌਰਾਨ ਲੁੱਟੇ ਜਾ ਰਹੇ ਦੇਸ਼ਾਂ ਵਿੱਚ ਗਰੀਬੀ, ਬੇਰੁਜ਼ਗਾਰੀ ਦਿਨੋਂ ਦਿਨ ਵੱਧਦੀ ਜਾਂਦੀ ਹੈ। ਮੌਜੂਦਾ ਸਰਮਾਏਦਾਰੀ ਸਾਮਰਾਜਵਾਦੀ ਦੌਰ ਵਿੱਚ ਤਰੱਕੀ ਦੀ ਕੇਵਲ ਇੱਕ ਹੀ ਪਰਿਭਾਸ਼ਾ ਹੈ ਜਿਹੜੀ ਮੈਂ ਅਕਸਰ ਬੋਲਦਾ ਅਤੇ ਲਿਖਦਾ ਰਹਿੰਦਾ ਹਾਂ। ਇਸ ਦੌਰ ਵਿੱਚ ਤਰੱਕੀ ਦੀ ਕੇਵਲ ਇਹ ਇੱਕ ਹੀ ਪਰਿਭਾਸ਼ਾ ਹੈ, ਦੂਜਿਆਂ ਨੂੰ ਲਤਾੜੋ ਅਤੇ ਪਛਾੜੋ। ਇਸ ਜਮਾਤੀ ਸਮਾਜ ਵਿੱਚ ਲੋਕਤੰਤਰ ਜਾਂ ਭਾਈਚਾਰੇ ਦੀ ਗੱਲ ਕਰਨਾ ਨਿਰੀ ਬਕਵਾਸ ਹੈ, ਧੋਖਾ ਹੈ। ਉਹ ਲੋਕ ਜੋ ਆਪਣੇ ਨਿੱਜੀ ਸੁਖ ਆਰਾਮ ਲਈ ਹੀ ਸਰਗਰਮ ਰਹਿਣ ਦੇ ਆਦੀ ਹੁੰਦੇ ਹਨ ਉਹ ਇਨਕਲਾਬੀ ਲੋਕਾਂ ਦੀ ਕਹਿਣੀ ਕਰਨੀ ਕਦੇ ਪਸੰਦ ਨਹੀਂ ਕਰਦੇ, ਸਗੋਂ ਇਨਕਲਾਬ ਨੂੰ ਕਿਤਾਬੀ ਗੱਲਾਂ ਹੀ ਦੱਸਦੇ ਹਨ ਕਿਉਂਕਿ ਉਹਨਾਂ ਲਈ ਕੇਵਲ ਉਹ ਕੁਝ ਹੀ ਮਹੱਤਵ ਰੱਖਦਾ ਹੈ ਜਿਸ ਨੂੰ ਉਹ ਆਪ ਖਾ ਪੀ ਜਾਂ ਹੱਡੀ ਹੰਢਾ ਸਕਦੇ ਹੋਣ, ਜਦ ਕਿ ਉਹਨਾਂ ਤੋਂ ਬਾਅਦ ਪੈਦਾ ਹੋਣ ਵਾਲੀ ਮਨੁੱਖਤਾ ਦੀ ਨਵੀਂ ਪੀੜ੍ਹੀ ਨਾਲ ਸੰਬੰਧਿਤ ਉਹ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ। ਪਰ ਇਨਕਲਾਬ ਕੋਈ ਸਾਲ 6 ਮਹੀਨਿਆਂ ਜਾਂ ਉਹਨਾਂ ਦੇ ਜੀਵਨ ਕਾਲ ਦੌਰਾਨ ਹੀ ਆ ਜਾਵੇਗਾ, ਇਸ ਦੀ ਉਹਨਾਂ ਨੂੰ ਕੋਈ ਉਮੀਦ ਨਹੀਂ ਹੁੰਦੀ। 1947 ਵਿੱਚ ਸੱਤਾ ਵਿੱਚ ਆਈ ਸਰਮਾਏਦਾਰ ਜਮਾਤ ਸਾਹਮਣੇ ਦੂਜਾ ਸਵਾਲ ਇਸ ਸਮੱਸਿਆ ਵਿੱਚੋਂ ਪੈਦਾ ਹੋਇਆ ਸੀ ਕਿ ਜਿਹੜੀ ਭਾਰਤੀ ਜਨਤਾ ਨੇ ਭਾਰਤ ਨੂੰ ਵਿਦੇਸ਼ੀ ਹਕੂਮਤ ਤੋਂ ਆਜ਼ਾਦ ਕਰਾਉਣ ਲਈ ਸਿਰ ਧੜ ਦੀ ਬਾਜੀ ਲਗਾਈ ਸੀ, ਉਹ ਲੋਕ ਜਾਂ ਉਹਨਾਂ ਦੇ ਪਰਿਵਾਰ, ਦੋਸਤ ਅਤੇ ਰਿਸ਼ਤੇਦਾਰ ਸਭ ਸਮਾਜਵਾਦੀ ਲੋਕ ਰਾਜ ਚਾਹੁੰਦੇ ਸਨ। ਅਜਿਹਾ ਰਾਜ ਜਿਸ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਹਰ ਵਰਗ ਦੇ ਕਿਰਤੀ ਲੋਕਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਪੂਰਾ ਹੱਕ ਅਤੇ ਇਨਸਾਫ ਮਿਲੇ। ਸੋ ਰਾਜਸੀ ਲੋਟੂ ਜਮਾਤ ਸਾਹਮਣੇ ਇਹ ਸਵਾਲ ਖੜਾ ਹੋਇਆ ਕਿ ਲੋਕਾਂ ਦੀਆਂ ਅਜਿਹੀਆਂ ਆਸਾਂ ਉਮੀਦਾਂ ਦੇ ਉਬਾਲ ਉੱਤੇ ਕਿਵੇਂ ਠੰਡਾ ਛਿੜਕਿਆ ਜਾਵੇ ਜਿਸ ਨਾਲ ਸੱਪ ਵੀ ਮਰ ਜਾਏ ਅਤੇ ਲਾਠੀ ਵੀ ਨਾ ਟੁੱਟੇ। ਤਦ ਉਹਨਾਂ ਨੇ ਆਪਣੀ ਹੀ ਲੁਟੇਰੀ ਜਮਾਤ ਵਿੱਚੋਂ ਸਮਾਜਵਾਦ ਜਾਂ ਇਨਕਲਾਬ ਦੇ ਨਾਂ 'ਤੇ ਵੋਟ ਬਟੋਰੂ ਪਾਰਟੀਆਂ ਬਣਾਈਆਂ ਜਿਨ੍ਹਾਂ ਨੂੰ ਲੋਕ ਅੱਜ ਤੱਕ ਵੋਟਾਂ ਪਾਉਂਦੇ ਆ ਰਹੇ ਹਨ ਕਿਉਂਕਿ ਲੋਕਾਂ ਵਿੱਚ ਇਹ ਮਾਣ ਪੈਦਾ ਕੀਤਾ ਗਿਆ ਕਿ ਉਹਨਾਂ ਕੋਲ ਵੋਟ ਦਾ ਅਧਿਕਾਰ ਹੈ। ਉਹਨਾਂ ਕੋਲ ਵੋਟ ਦਾ ਅਧਿਕਾਰ ਹੈ, ਇਸ ਗੱਲ ਦਾ ਮਾਣ ਲੋਕਾਂ ਵਿੱਚ ਪੈਦਾ ਕੀਤਾ ਗਿਆ।
ਹਰ 5 ਸਾਲ ਬਾਅਦ ਲੁਟੇਰੀ ਜਮਾਤ ਵਿੱਚੋਂ ਹੀ ਲੋਕਾਂ ਨੂੰ ਕੋਈ ਦੂਜੀ ਤੀਜੀ ਪਾਰਟੀ ਚੁਣਨ ਦਾ ਮੌਕਾ ਦਿੱਤਾ ਜਾਂਦਾ ਹੈ। ਚੋਣਾਂ ਦੇ ਦਿਨਾਂ ਵਿੱਚ ਜਿਹੜਾ ਰੁਝੇਵਾਂ ਅਤੇ ਜਿਹੜਾ ਚਾਅ ਉਤਸ਼ਾਹ ਲੋਕਾਂ ਵਿੱਚ ਦੇਖਣ ਨੂੰ ਮਿਲਦਾ ਹੈ ਉਹ ਕੇਵਲ ਬੱਚਿਆਂ ਦੇ ਉਸ ਆਨੰਦ ਵਰਗਾ ਹੀ ਹੁੰਦਾ ਹੈ ਜਿਹੜਾ ਉਹ ਲੋਲੀਪੌਪ ਚੂਸਦੇ ਹੋਏ ਜਾਂ ਕੋਈ ਵੀਡੀਓ ਗੇਮ ਖੇਡਦੇ ਹੋਏ ਮਹਿਸੂਸ ਕਰਦੇ ਹਨ। ਜਦ ਕਿ ਲੋਲੀਪੌਪ ਖਤਮ ਹੋਣ ਤੋਂ ਬਾਅਦ ਜਾਂ ਫਿਰ ਕਿਸੇ ਵੀਡੀਓ ਗੇਮ ਵਿੱਚ ਉਹਨਾਂ ਦੇ ਮੋਹਰੇ ਦੀ ਹਾਰ ਜਿੱਤ ਹੋਣ ਤੋਂ ਬਾਅਦ ਬੱਚਿਆਂ ਕੋਲ ਅਜਿਹਾ ਕੁਝ ਵੀ ਨਹੀਂ ਬਚਦਾ ਜਿਹੜਾ ਰੋਜ਼ਾਨਾ ਜੀਵਨ ਵਿੱਚ ਉਹਨਾਂ ਦੇ ਕੰਮ ਆਉਣ ਵਾਲਾ ਹੋਵੇ। ਠੀਕ ਇਹ ਹੀ ਹਾਲਤ ਚੋਣਾਂ ਦੇ ਦਿਨਾਂ ਵਿੱਚ ਚੋਣਕਾਰ ਜਾਂ ਵੋਟਰਾਂ ਦੀ ਹੁੰਦੀ ਹੈ, ਕਿਉਂਕਿ ਆਪਣੇ ਰੋਜ਼ਾਨਾ ਜੀਵਨ ਵਿੱਚੋਂ ਗਰੀਬੀ, ਬਿਮਾਰੀ ਅਤੇ ਹੋਰ ਹਰ ਕਿਸਮ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਉਹ ਕੇਵਲ ਮੱਥੇ ਟੇਕਣ ਦੇ ਹੀ ਆਦੀ ਹੁੰਦੇ ਹਨ, ਮੱਥੇ ਲਾਉਣ ਦੇ ਨਹੀਂ। ਸੋ ਮਨੁੱਖਤਾ ਨੂੰ ਦੁੱਖ ਸੁੱਖ ਦੇਣ ਵਾਲੇ ਕਿਸੇ ਆਤਮਾ ਪ੍ਰਮਾਤਮਾ ਦੀ ਸੇਵਾ ਭਗਤੀ ਵਿੱਚ ਮੱਥੇ ਟੇਕਣ ਦੀ ਅਧੀਨਗੀ ਉਹਨਾਂ ਦੇ ਸੁਭਾਅ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੁੰਦੀ ਹੈ, ਕਿਉਂਕਿ ਵੋਟਰ ਲੋਕਾਂ ਨੂੰ ਇਸ ਦੀ ਕੋਈ ਸਮਝ ਨਹੀਂ ਹੁੰਦੀ ਕਿ ਉਹਨਾਂ ਦੀ ਗਰੀਬੀ, ਬੇਵਸੀ ਦੇ ਕਾਰਨ ਕੀ ਹਨ। ਉਹਨਾਂ ਨੂੰ ਕੋਈ ਸੋਝੀ ਨਹੀਂ ਹੁੰਦੀ ਕਿ ਉਹ ਬਿਮਾਰੀ ਅਤੇ ਬੇਰੁਜ਼ਗਾਰੀ ਵਿੱਚ ਕਿਉਂ ਮਰਦੇ ਹਨ। ਆਪਣੀਆਂ ਸਭ ਲੋੜਾਂ ਪੂਰੀਆਂ ਕਰਵਾਉਣ ਦੀ ਅਤੇ ਜੀਵਨ ਦੀ ਹਰ ਸਮੱਸਿਆ ਤੋਂ ਛੁਟਕਾਰਾ ਦੇਣ ਦੀ ਉਹ ਸਰਕਾਰਾਂ ਦੀ ਆਪਣੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ, ਸਗੋਂ ਇਸ ਦੀ ਥਾਂ ਉਹ ਧਾਰਮਿਕ ਕਰਮਕਾਂਡਾਂ ਵਿੱਚ ਹੀ ਆਪਣਾ ਸਮਾਂ, ਪੈਸਾ ਅਤੇ ਦਿਮਾਗ ਖਰਚਦੇ ਰਹਿੰਦੇ ਹਨ। ਕਿਉਂਕਿ ਬਚਪਨ ਤੋਂ ਹੀ ਲੋਕਾਂ ਨੂੰ ਵਿਗਿਆਨਕ ਸੂਝ ਨਾ ਤਾਂ ਆਪਣੇ ਮਾਪਿਆਂ ਤੋਂ ਮਿਲੀ ਹੁੰਦੀ ਹੈ ਅਤੇ ਨਾ ਹੀ ਸਕੂਲਾਂ ਵਿੱਚੋਂ, ਜਿਸ ਨਾਲ ਉਹ ਇਸ ਜਮਾਤੀ ਸਮਾਜ ਵਿੱਚ ਲੋਕਾਂ ਅਤੇ ਜੋਕਾਂ ਵਿੱਚ ਆਪਣੇ ਹਿੱਤਾਂ ਦੀ ਇੱਕ ਤਰਫਾ ਲੁੱਟ ਸਮਝ ਸਕਣ। ਜੇਕਰ ਮੌਜੂਦਾ ਪੂੰਜੀਵਾਦੀ ਦੌਰ ਵਿੱਚ ਕਿਸੇ ਲੋਕ ਪੱਖੀ ਅਤੇ ਇਨਕਲਾਬੀ ਉਮੀਦਵਾਰ ਲਈ ਚੋਣਾਂ ਵਿੱਚ ਹਿੱਸਾ ਲੈਣਾ ਸੰਭਵ ਹੁੰਦਾ ਤਦ ਉਹਨਾਂ ਇਨਕਲਾਬੀ ਜਥੇਬੰਦੀਆਂ ਦੀ ਕਹਿਣੀ ਉਹਨਾਂ ਦੀ ਕਰਨੀ ਵਿੱਚ ਬਦਲ ਚੁੱਕੀ ਹੁੰਦੀ। ਭਾਵ ਕਿ ਜਿਹੜੀਆਂ ਇਨਕਲਾਬੀ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਮੌਜੂਦਾ ਬੁਰਜੂਆ ਸਿਆਸਤ ਵਿੱਚ ਮਜ਼ਦੂਰ ਜਮਾਤ ਦੇ ਕਿਸੇ ਨੁਮਾਇੰਦੇ ਨੂੰ ਵੀ ਦਾਅਪੇਚਕ ਤੌਰ 'ਤੇ ਹਿੱਸਾ ਲੈਣਾ ਚਾਹੀਦਾ ਹੈ। ਜੇਕਰ ਅਜਿਹਾ ਸੰਭਵ ਹੁੰਦਾ ਤਦ ਅਜਿਹਾ ਆਖਣ ਦੀ ਉਹਨਾਂ ਨੂੰ ਕੋਈ ਲੋੜ ਹੀ ਨਾ ਪੈਂਦੀ, ਸਗੋਂ ਆਖਣ ਦੀ ਥਾਂ ਮਜ਼ਦੂਰ ਜਮਾਤ ਦਾ ਨੁਮਾਇੰਦਾ ਉਹਨਾਂ ਨੇ ਚੋਣ ਲੜਨ ਲਈ ਖੜਾ ਹੀ ਕਰ ਦਿੱਤਾ ਹੁੰਦਾ। ਭਲਾ ਅਸੀਂ ਆਪ ਮਜ਼ਦੂਰ ਜਮਾਤ ਦੇ ਆਗੂ ਅਤੇ ਅਧਿਆਪਕ ਹੋ ਕੇ ਹੋਰ ਕਿਸ ਤੋਂ ਉਮੀਦ ਕਰਦੇ ਹਾਂ ਕਿ ਕੋਈ ਅਜਿਹਾ ਕਰੇ ਕਿ ਕੋਈ ਮਜ਼ਦੂਰ ਜਮਾਤ ਦਾ ਨੁਮਾਇੰਦਾ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲਵੇ। ਹਕੀਕਤ ਇਹ ਹੈ ਕਿ ਮੌਜੂਦਾ ਸਮਾਜਿਕ ਸਥਿਤੀ ਵਿੱਚ ਅਜਿਹਾ ਸੰਭਵ ਹੀ ਨਹੀਂ ਹੈ, ਜਿਸ ਦੇ ਕਈ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਹੁਣ ਤੱਕ ਭਾਰਤ ਵਿੱਚ ਅਜਿਹੀ ਕੋਈ ਇੱਕ ਇਨਕਲਾਬੀ ਪਾਰਟੀ ਨਹੀਂ ਬਣੀ ਹੈ ਜਿਸ ਨੇ ਦੇਸ਼ ਦੇ ਬਾਕੀ ਸਭ ਇਨਕਲਾਬੀ ਗਰੁੱਪਾਂ ਦੀ ਵਾਗਡੋਰ ਸੰਭਾਲੀ ਹੋਵੇ ਅਤੇ ਲੋਕਾਂ ਦਾ ਭਰੋਸਾ ਜਿੱਤਿਆ ਹੋਵੇ। ਹੋਰ ਸਮੱਸਿਆ ਇਹ ਕਿ ਮੌਜੂਦਾ ਹਾਲਾਤਾਂ ਵਿੱਚ ਕੇਵਲ ਆਪਣੇ ਹੱਕ ਦੀ ਕਮਾਈ ਨਾਲ ਕਿਸੇ ਸੰਸਥਾ ਵਿੱਚ ਕੋਈ ਚਪੜਾਸੀ ਦੀ ਨੌਕਰੀ ਵੀ ਨਹੀਂ ਹਾਸਲ ਕਰ ਸਕਦਾ, ਸਗੋਂ ਇਸ ਦੇ ਲਈ ਵੀ ਉਸ ਨੂੰ ਵੀ ਲੱਖਾਂ ਦਾ ਕਰਜ਼ਾਈ ਹੋ ਕੇ ਨੌਕਰੀ ਦੇਣ ਵਾਲਿਆਂ ਦਾ ਪੇਟ ਭਰਨਾ ਪੈਂਦਾ ਹੈ। ਭਲਾ ਚੋਣ ਪ੍ਰਚਾਰ ਦੀ ਮੁਕਾਬਲੇਬਾਜ਼ੀ ਵਿੱਚ ਸਫਲ ਹੋਣ ਲਈ ਅੰਨਾ ਧਨ ਕਿੱਥੋਂ ਆਵੇਗਾ? ਬਿਨਾਂ ਸ਼ੱਕ ਧਨਾੜ ਲੋਕਾਂ ਕੋਲੋਂ ਅਤੇ ਜਿੱਤਣ ਜਾਂ ਹਾਰਨ ਤੋਂ ਬਾਅਦ ਆਪਣੇ ਸਿਰ ਚੜ੍ਹਿਆ ਉਹ ਕਰਜ਼ ਉਤਾਰਨ ਲਈ ਤੁਸੀਂ ਸਿੱਧੇ ਜਾਂ ਅਸਿੱਧੇ ਰਾਹ ਪੈਂਦੇ ਰਹੋਗੇ। ਇਸ ਤੋਂ ਅਗਲੀ ਸਮੱਸਿਆ ਇਹ ਕਿ ਪੂੰਜੀਪਤੀ ਜਮਾਤ ਵੱਲੋਂ ਲੋਕਾਂ ਦੇ ਨੁਮਾਇੰਦੇ ਨੂੰ ਸਿਆਸਤ ਵਿੱਚ ਆਉਣ ਹੀ ਨਹੀਂ ਦਿੱਤਾ ਜਾਵੇਗਾ। ਇਸ ਦੇ ਲਈ ਬੁਰਜੁਆਜੀ ਨੂੰ ਭਾਵੇਂ ਜੋ ਵੀ ਹੱਦ ਪਾਰ ਕਰਨੀ ਪਵੇ। ਫਿਰ ਵੀ ਜੇਕਰ ਕੋਈ ਲੋਕਾਂ ਦਾ ਨੁਮਾਇੰਦਾ ਸਿਆਸਤ ਵਿੱਚ ਆ ਜਾਂਦਾ ਹੈ ਤਦ ਕੀ ਸਿਆਸਤ ਵਿੱਚ ਪੈਰ ਪਾਉਂਦੇ ਹੀ ਉਹ ਸਮਾਜਵਾਦੀ ਕਾਨੂੰਨ ਲਾਗੂ ਕਰ ਦੇਵੇਗਾ? ਨਹੀਂ। ਹੁਣ ਕਿਹਾ ਜਾਂਦਾ ਹੈ ਕਿ ਲੋਕਾਂ ਦੀ ਜਥੇਬੰਦੀ ਨੂੰ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਅਤੇ ਸਿਆਸਤ ਦੀ ਸਟੇਜ ਉੱਤੇ ਚੜ੍ਹ ਕੇ ਲੋਕਾਂ ਨੂੰ ਇਸ ਸਰਮਾਏਦਾਰੀ, ਸਾਮਰਾਜਵਾਦੀ ਅਤੇ ਪਾਰਲੀਮਾਨੀ ਭ੍ਰਿਸ਼ਟ ਪ੍ਰਬੰਧ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਪਰ ਸਵਾਲ ਉੱਠਦਾ ਹੈ ਕਿ ਸਿਆਸਤ ਵਿੱਚ ਜਾ ਕੇ ਅਸੀਂ ਅਜਿਹਾ ਕੀ ਕਰ ਸਕਦੇ ਹਾਂ ਜਿਸ ਨਾਲ ਲੋਕਾਂ ਵਿੱਚ ਸਾਡੀ ਦੂਜੀਆਂ ਬੁਰਜੂਆ ਸਿਆਸੀ ਪਾਰਟੀਆਂ ਨਾਲੋਂ ਵੱਖਰੀ ਪਛਾਣ ਬਣੀ ਰਹੇ? ਕੀ ਸਾਡਾ ਇਨਕਲਾਬੀ ਪ੍ਰਚਾਰ ਕਾਫੀ ਹੈ? ਕੀ ਇਸ ਦੇ ਲਈ ਕੇਵਲ ਲਾਲ ਝੰਡਾ ਹੀ ਕਾਫੀ ਹੈ? ਨਹੀਂ, ਕਿਉਂਕਿ ਲਾਲ ਝੰਡੇ ਵਾਲੀਆਂ ਪਾਰਟੀਆਂ ਕਈ ਸਾਲਾਂ ਤੋਂ ਇਸ ਬੁਰਜੂਆ ਸਿਆਸਤ ਦਾ ਹਿੱਸਾ ਰਹਿ ਚੁੱਕੀਆਂ ਹਨ, ਜੋ ਕਿ ਬੁਰਜੂਆ ਸਿਆਸਤ ਵਿੱਚ ਆ ਕੇ ਇਨਕਲਾਬ ਦਾ ਰਾਹ ਛੱਡ ਚੁੱਕੀਆਂ ਹਨ। ਇਹ ਸਭ ਕਾਫੀ ਨਹੀਂ, ਕਿਉਂਕਿ ਸਮਾਜਵਾਦ ਜਾਂ ਇਨਕਲਾਬ
सूबिਆਂ ਦੇ ਹੱਕ ਜਾਂ ਕੌਮੀ ਆਜ਼ਾਦੀ ਆਦਿ ਪ੍ਰਭਾਵਸ਼ਾਲੀ ਮੁੱਦਿਆਂ ਤੇ ਆਵਾਜ਼ ਉਠਾਉਣ ਵਾਲੇ ਲੋਕ ਬੁਰਜੂਆ ਸਿਆਸੀ ਪਾਰਟੀਆਂ ਵਿੱਚ ਵੀ ਹਨ, ਜਿਨ੍ਹਾਂ ਨੂੰ ਆਪੋ ਆਪਣੇ ਨਿੱਜੀ ਹਿੱਤਾਂ ਨਾਲ ਪਰ ਲੋਕਾਂ ਨਾਲ ਕੋਈ ਮਤਲਬ ਨਹੀਂ ਹੁੰਦਾ। ਫਿਰ ਭਲਾ ਅਸੀਂ ਲੋਕਾਂ ਵਿੱਚ ਉਹਨਾਂ ਨਾਲੋਂ ਆਪਣੀ ਵੱਖਰੀ ਪਛਾਣ ਕਿਵੇਂ ਬਣਾ ਸਕਦੇ ਹਾਂ? ਕਿ ਆਪ ਬੁਰਜੂਆ ਸਿਆਸਤ ਦਾ ਹਿੱਸਾ ਬਣ ਕੇ ਇਹ ਸਭ ਅਜਿਹਾ ਨਹੀਂ ਹੋਵੇਗਾ ਜਿਸ ਤਰ੍ਹਾਂ ਅਸੀਂ ਜਿਸ ਟਹਿਣੇ ਉੱਤੇ ਬੈਠੇ ਹੋਈਏ ਉਸ ਨੂੰ ਹੀ ਵੱਢ ਰਹੇ ਹੋਈਏ। ਹੁਣ ਇਹ ਸਭ ਸਵਾਲ ਵੀ ਛੱਡੋ, ਮੰਨ ਲੈਂਦੇ ਹਾਂ ਕਿ ਬੁਰਜੂਆ ਸਿਆਸਤ ਵਿੱਚ ਹਿੱਸਾ ਲੈ ਕੇ ਅਸੀਂ ਲੋਕਾਂ ਦਾ ਦੇਸ਼ ਦੇ ਪਾਰਲੀਮਾਨੀ ਢਾਂਚੇ ਤੋਂ ਮੋਹ ਭੰਗ ਕਰਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ, ਤਦ ਕੀ ਲੋਕਾਂ ਦਾ ਸਾਡੇ ਤੋਂ ਵੀ ਮੋਹ ਭੰਗ ਨਹੀਂ ਹੋਵੇਗਾ? ਕਿਉਂਕਿ ਅਸੀਂ ਵੀ ਉਸ ਪਾਰਲੀਮਾਨੀ ਪ੍ਰਬੰਧ ਦਾ ਹਿੱਸਾ ਰਹੇ ਹੋਵਾਂਗੇ। ਸਾਡੀ ਸਿੱਖਿਆ ਅਤੇ ਅਗਵਾਈ ਲੋਕਾਂ ਲਈ ਸਹਾਇਕ ਹੋ ਸਕਦੀ ਹੈ, ਪਰ ਫੈਸਲਾਕੁਨ ਉਹਨਾਂ ਦੇ ਆਪਣੇ ਤਜਰਬੇ, ਉਮਰਾਂ ਦੇ ਅਨੁਭਵ ਅਤੇ ਤਰਕਸ਼ੀਲ ਨਿਚੋੜ ਹੀ ਹੁੰਦੇ ਹਨ। ਲੋਕ ਜਦ ਇਨਕਲਾਬ ਲਈ ਤਿਆਰ ਹੋ ਜਾਣਗੇ ਤਦ ਅਸੀਂ ਬੁਰਜੂਆ ਹਾਕਮ ਜਮਾਤ ਦੀ ਕੁਰਸੀ ਛੱਡ ਕੇ ਲੋਕਾਂ ਵਿੱਚ ਸ਼ਾਮਲ ਹੋਣਾ ਪਸੰਦ ਕਰਾਂਗੇ। ਪਰ ਕੀ ਤਦ ਇਨਕਲਾਬ ਲਈ ਜਾਗੇ ਲੋਕ ਸਾਨੂੰ ਸਵੀਕਾਰ ਕਰਨਗੇ? ਬਿਨਾਂ ਸ਼ੱਕ ਉਹ ਲੋਕ ਜਿਹੜੇ ਇਨਕਲਾਬ ਚਾਹੁੰਦੇ ਹਨ, ਜਿਹੜੇ ਬਦਲਾਵ ਚਾਹੁੰਦੇ ਹਨ, ਉਹ ਕਿਸੇ ਇੱਕ ਵੋਟ ਬਟੋਰੂ ਪਾਰਟੀ ਨੂੰ ਛੱਡ ਕੇ ਕਿਸੇ ਦੂਜੀ ਜਾਂ ਕਿਸੇ ਨਵੀਂ ਵੋਟ ਬਟੋਰੂ ਪਾਰਟੀ ਕਦੇ ਸਵੀਕਾਰ ਨਹੀਂ ਕਰ ਸਕਦੇ। ਸਗੋਂ ਉਹ ਮੌਜੂਦਾ ਸਮਾਜਿਕ ਢਾਂਚੇ ਤੋਂ ਬਿਲਕੁਲ ਹੀ ਵੱਖਰਾ ਪ੍ਰਬੰਧ ਚਾਹੁਣਗੇ, ਜੋ ਹੁਣ ਤੱਕ ਲੋਕਾਂ ਨੇ ਆਪਣੇ ਦੇਸ਼ ਵਿੱਚ ਕਦੇ ਨਾ ਦੇਖਿਆ ਹੋਵੇ, ਅਤੇ ਲੋਕਾਂ ਲਈ ਉਹ ਬਦਲ ਕੇਵਲ ਉਹ ਜੁਝਾਰੂ ਜਥੇਬੰਦੀਆਂ ਹੀ ਦੇ ਸਕਦੀਆਂ ਹਨ, ਜਿਨ੍ਹਾਂ ਦਾ ਮੌਜੂਦਾ ਦੌਰ ਵਿੱਚ ਵੋਟ ਲੈਣ ਜਾਂ ਦੇਣ ਨਾਲ ਕੋਈ ਸੰਬੰਧ ਨਹੀਂ। ਬਿਨਾਂ ਸ਼ੱਕ ਇਸ ਸਮੇਂ ਬਹੁਤ ਲੋਕ ਇਹਨਾਂ ਜਥੇਬੰਦੀਆਂ ਤੋਂ ਬਹੁਤੇ ਪ੍ਰਭਾਵਿਤ ਨਾ ਹੋਣ, ਪਰ ਆਖਰ ਸਮਾਜਿਕ ਬਦਲ ਦੀ ਉਮੀਦ ਉਹ ਸਭ ਲੋਕ ਵੀ ਇਹਨਾਂ ਜਥੇਬੰਦੀਆਂ ਤੋਂ ਹੀ ਕਰਨਗੇ। ਇਸ ਤੋਂ ਬਿਨਾਂ ਉਹਨਾਂ ਕੋਲ ਹੋਰ ਕੋਈ ਰਾਹ ਨਹੀਂ ਹੋ ਸਕਦਾ। ਆਪਣੀ ਬੁੱਧੀ ਦਾ ਜਰਾ ਵੀ ਇਸਤੇਮਾਲ ਕਰਨ ਵਾਲੇ ਲੋਕਾਂ ਤੋਂ ਲੋਕ ਜਥੇਬੰਦੀਆਂ ਦੀਆਂ ਪ੍ਰਾਪਤੀਆਂ ਦਾ ਇਤਿਹਾਸ ਛੁਪਿਆ ਹੋਇਆ ਨਹੀਂ ਹੈ। ਸਮੇਂ-ਸਮੇਂ ਜਦ ਵੀ ਲੋਕਾਂ ਦੀ ਲੁੱਟ ਬੇਇਨਸਾਫੀ ਦਾ ਮੁੱਦਾ ਉੱਭਰਦਾ ਰਿਹਾ ਹੈ, ਉਹਨਾਂ ਲੋਕਾਂ ਨੂੰ ਇਨਸਾਫ ਕੇਵਲ ਉਹਨਾਂ ਜਥੇਬੰਦੀਆਂ ਦੇ ਸੰਘਰਸ਼ ਕਾਰਨ ਹੀ ਮਿਲਦਾ ਰਿਹਾ ਹੈ, ਜਿਹੜੀਆਂ ਹਾਕਮ ਜਮਾਤ ਨੂੰ ਨਿਧੜਕ ਟੱਕਰ ਦਿੰਦੀਆਂ ਰਹੀਆਂ ਹਨ। ਸਰਕਾਰੀ ਜਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਉਸ ਬੰਦੇ ਦਾ ਕੋਈ ਕੰਮ ਹੋਣਾ ਦੂਰ, ਉਸ ਨੂੰ ਕੋਈ ਇੱਜ਼ਤ ਨਾਲ ਵੀ ਨਹੀਂ ਬੋਲਦਾ ਜੋ ਕਿਸੇ ਜਥੇਬੰਦੀ ਨਾਲ ਨਾ ਜੁੜਿਆ ਹੋਵੇ। ਰਾਜਸੀ ਜਮਾਤ ਦੁਆਰਾ ਪਾਰਲੀਮੈਂਟ ਵਿੱਚ ਹਮੇਸ਼ਾ ਪੂੰਜੀਪਤੀ ਜਮਾਤ ਦੇ ਹਿੱਤਾਂ ਲਈ ਹੀ ਕਾਨੂੰਨ ਪਾਸ ਹੁੰਦੇ ਰਹਿੰਦੇ ਹਨ ਅਤੇ ਹੋ ਰਹੇ ਹਨ, ਪਰ ਲੋਕ ਹਿੱਤਾਂ ਦੀ ਰਾਖੀ ਕੇਵਲ ਜਥੇਬੰਦਕ ਲੋਕ ਸੰਘਰਸ਼ ਹੀ ਕਰਦੇ ਰਹੇ ਹਨ। ਇਸ ਲਈ ਸਾਥੀਓ, ਕੇਵਲ ਉਹਨਾਂ ਲੋਕ ਜਥੇਬੰਦੀਆਂ ਦਾ ਹਰ ਸੰਭਵ ਸਾਥ ਦਿਓ ਜਿਨ੍ਹਾਂ ਦਾ ਵੋਟ ਲੈਣ ਜਾਂ ਦੇਣ ਨਾਲ ਕੋਈ ਸੰਬੰਧ ਨਹੀਂ ਅਤੇ ਜੋ ਨਿੱਜੀ ਹਿੱਤਾਂ ਲਈ ਨਹੀਂ ਸਗੋਂ ਸਾਂਝੇ ਹਿੱਤਾਂ ਲਈ ਹੀ ਜੂਝਣ ਦੇ ਰਾਹ ਪੈਣ ਲਈ ਵਚਨਬੱਧ ਹਨ। ਮੌਜੂਦਾ ਪਰਿਸਥਿਤੀਆਂ ਵਿੱਚ ਵਿਚਾਰਧਾਰਕ ਮਤਭੇਦ ਇੱਕ ਪਾਸੇ ਰੱਖ ਕੇ ਬਿਨਾਂ ਕਿਸੇ ਦੇਰੀ ਦੇ ਜਥੇਬੰਦ ਹੋ ਜਾਓ, ਕਿਉਂਕਿ ਕੁਝ ਜਥੇਬੰਦੀਆਂ ਮੁਤਾਬਕ ਇਨਕਲਾਬ ਦੀ ਅਗਵਾਈ ਮਜ਼ਦੂਰ ਜਮਾਤ ਨੇ ਕਰਨੀ ਹੈ, ਪਰ ਕੁਝ ਆਖਦੇ ਹਨ ਕਿ ਕੇਵਲ ਕਿਸਾਨੀ ਜਾਂ ਮੱਧ ਵਰਗ ਹੀ ਇਨਕਲਾਬੀ ਜਮਾਤ ਹੈ। ਕੁਝ ਲਈ ਸਾਡਾ ਸਮਾਜ ਅਰਧ ਜਗੀਰੂ ਹੈ, ਕੁਝ ਲਈ ਇਹ ਪੱਕ ਚੁੱਕੀ ਸਰਮਾਏਦਾਰੀ ਅਤੇ ਸਾਮਰਾਜਵਾਦੀ ਦੌਰ ਹੈ, ਪਰ ਕੁਝ ਸਰਮਾਏਦਾਰੀ ਨੂੰ ਵੀ ਮੰਨਣ ਤੋਂ ਇਨਕਾਰੀ ਹਨ, ਜੋ ਆਖਦੇ ਹਨ ਕਿ ਕੇਵਲ ਸਾਮਰਾਜਵਾਦ ਹੀ ਸਾਡੀ ਸਮੱਸਿਆ ਹੈ, ਅਤੇ ਇੱਥੋਂ ਤੱਕ ਆਖ ਛੱਡਦੇ ਹਨ ਕਿ ਮਾਰਕਸ ਐਂਗਲਸ ਦੀ ਰਚਨਾ ਸਰਮਾਇਆ ਪੜ੍ਹਨ ਦੀ ਹੁਣ ਕੋਈ ਲੋੜ ਹੀ ਨਹੀਂ, ਕਿਉਂਕਿ ਉਸ ਸਰਮਾਏਦਾਰੀ ਦਾ ਦੌਰ ਹੁਣ ਰਿਹਾ ਨਹੀਂ ਜਦ ਮਾਰਕਸ ਐਂਗਲਸ ਨੇ ਸਰਮਾਇਆ ਦੀ ਰਚਨਾ ਕੀਤੀ ਸੀ। ਜੇਕਰ ਅਜਿਹਾ ਹੈ, ਫਿਰ ਸਾਨੂੰ ਇਹ ਜਾਣਨ ਦੀ ਵੀ ਕੋਈ ਲੋੜ ਨਹੀਂ ਕਿ ਸਾਡੀ ਧਰਤੀ, ਸੂਰਜ, ਚੰਦ, ਧਰਤੀ ਉੱਤੇ ਜੀਵਨ ਅਤੇ ਫਿਰ ਮਨੁੱਖੀ ਸਮਾਜ ਕਦੋਂ ਕਿਵੇਂ ਹੋਂਦ ਵਿੱਚ ਆਇਆ। ਨਾ ਹੀ ਸਾਨੂੰ ਮੁੱਢਲੇ ਸਾਮਵਾਦ, ਫਿਰ ਗੁਲਾਮਦਾਰੀ ਅਤੇ ਜਗੀਰਦਾਰੀ ਯੁੱਗ ਬਾਰੇ ਜਾਣਨ ਦੀ ਕੋਈ ਲੋੜ ਹੈ। ਪਰ ਛੱਡੋ, ਕਿਉਂਕਿ ਸਮੇਂ ਦੀ ਲੋੜ ਇਹ ਹੈ ਕਿ ਲੋਕਾਂ ਨੂੰ ਬੁਰਜੂਆ ਹਕੂਮਤ ਵਿਰੁੱਧ ਜਥੇਬੰਦ ਕਿਵੇਂ ਕੀਤਾ ਜਾਏ। ਸਮਾਜ ਦੀ ਸਿਰਜਣਹਾਰ ਅਤੇ ਪਾਲਣਹਾਰ ਮਿਹਨਤਕਸ਼ ਲੋਕਾਈ ਨੇ ਪੜਾਅ ਦਰ ਪੜਾਅ
ਆਪਣਾ ਸ਼ਾਨਦਾਰ ਭਵਿੱਖ ਉਸਾਰ ਹੀ ਲੈਣਾ ਹੈ। ਮੌਜੂਦਾ ਪ੍ਰਸਥਿਤੀਆਂ ਵਿੱਚ ਸਮੁੱਚੀ ਕਿਰਤੀ ਲੁਕਾਈ ਨੂੰ ਮੇਰਾ ਇਹ ਹੀ ਸੰਦੇਸ਼ ਹੈ ਕਿ ਧਰਮਾਂ, ਜਾਤਾਂ ਅਤੇ ਵਿਚਾਰਧਾਰਕ ਵਖਰੇਵੇਂ ਤਿਆਗ ਕੇ ਬੁਰਜੂਆ ਹਕੂਮਤ ਨਾਲ ਟੱਕਰ ਲੈਣ ਵਾਲੀਆਂ ਲੋਕ ਜਥੇਬੰਦੀਆਂ ਨੂੰ ਆਪਣੇ ਪੂਰੇ ਤਨ ਮਨ ਧਨ ਨਾਲ ਸਹਿਯੋਗ ਦਿਓ। ਕਰੋਨਾ ਪਰਜੀਵੀ ਹਾਕਮ ਜਮਾਤ ਦੀਆਂ ਲੋਕ ਵਿਰੋਧੀ ਸਾਜ਼ਿਸ਼ਾਂ ਦਾ ਹੀ ਹਿੱਸਾ ਹੈ। ਇਸ ਤੋਂ ਡਰ ਕੇ ਆਪਣੇ ਕੰਮ ਧੰਦੇ ਅਤੇ ਸਕੂਲ ਆਦਿ ਬੰਦ ਨਾ ਕਰੋ ਅਤੇ ਨਾ ਹੀ ਕਰਨ ਦਿਓ, ਸਗੋਂ ਜਥੇਬੰਦ ਹੋ ਕੇ ਹਰ ਪਿੰਡ, ਹਰ ਸ਼ਹਿਰ ਅਤੇ ਹਰ ਗਲੀ ਮੋੜ ਤੇ ਪੂੰਜੀਪਤੀਆਂ ਦੀ ਹਕੂਮਤ ਦੀਆਂ ਨਿੱਜਵਾਦੀ ਅਤੇ ਲੋਕ ਵਿਰੋਧੀ ਚਾਲਾਂ ਦਾ ਮੂੰਹ ਤੋੜ ਜਵਾਬ ਦਿਓ। ਜਿੱਤ ਤੁਹਾਡੀ ਹੋਵੇਗੀ, ਭਵਿੱਖ ਕੇਵਲ ਤੁਹਾਡਾ ਹੈ। ਲਾਲ ਸਲਾਮ ਸਾਥੀਓ।